ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਤੇ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਖਬਰਾਂ ਦੁਪਹਿਰ ਦੀਆਂ ਨੇ ਤੇ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਇੰਡੀਆ ਦੀ ਕਰਾਂਗੇ। ਇੰਡੀਆ ਦੀ ਸਰਕਾਰ ਨੇ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੇਸ ਹੋਣ ਦੇ ਕਾਰਨ, ਮੌਤਾਂ ਹੋਣ ਦੇ ਕਾਰਨ ਦਿੱਲੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਜਿਹੜੇ ਕੋਵਿਡ ਦੇ ਨਾਲ ਮ੍ਰਿਤਕ ਸਰੀਰ ਨੇ, ਕੋਵਿਡ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ, ਉਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਦੇ ਲਈ ਹੋਰ ਜਗ੍ਹਾਵਾਂ ਦਿੱਤੀਆਂ ਜਾਣ, ਕਿਉਂਕਿ ਜਿੱਥੇ ਹੁਣ ਇਸ ਵੇਲੇ ਸੰਸਕਾਰ ਕੀਤਾ ਜਾ ਰਿਹਾ ਉਹ ਜਿਹੜੀਆਂ ਜਗ੍ਹਾਵਾਂ ਘੱਟ ਪੈ ਰਹੀਆਂ ਨੇ ਜੀ। ਉੱਥੇ ਹੀ ਇਟਲੀ ਦੇ ਵਿੱਚ ਕੱਲ੍ਹ ਫਲਾਈਟ ਜਿਹੜੀ ਲੈਂਡ ਹੋਈ ਸੀ, ਇਟਲੀ ਦੇ ਵਿੱਚ ਜਿਹੜੀ ਫਲਾਈਟ ਆਈ ਸੀ ਇੰਡੀਆ ਤੋਂ, ਜਿਹਦੇ ਵਿੱਚ 213 ਪੈਸੰਜਰ ਸੀ, 213 ਸਵਾਰੀਆਂ ਸਨ ਅਤੇ 10 ਕਰਿਊ ਮੈਂਬਰ ਸੀ। ਇਹਨਾਂ ਦੇ ਵਿੱਚੋਂ ਤਕਰੀਬਨ 23 ਬੰਦੇ ਪੋਜ਼ੀਟਿਵ ਨਿਕਲੇ ਸਨ, ਜਿਸ ਕਾਰਨ ਜਿਹੜੇ ਰੋਮਾ ਦੇ ਨਿਕੋਲਾ ਜ਼ਿੰਗਾਰੇਤੀ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਸਰਕਾਰ ਦੇ ਕੋਲ ਮੰਗ ਕੀਤੀ ਕਿ ਸਾਰੇ ਦਾ ਸਾਰਾ ਖਰਚਾ, ਸਾਰੇ ਦਾ ਸਾਰਾ ਭਾਰ ਸਾਡੀ ਸਟੇਟ ਦੇ ਉੱਤੇ ਨਹੀਂ ਪੈਣਾ ਚਾਹੀਦਾ। ਇੰਡੀਆ ਤੋਂ ਜਿਹੜੀਆਂ ਆਉਣ ਵਾਲੀਆਂ ਫਲਾਈਟਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ, ਰੋਕਣਾ ਚਾਹੀਦਾ, ਪਾਬੰਦੀ ਲਾਉਣੀ ਚਾਹੀਦੀ ਆ। ਅਤੇ ਆਪਣੇ ਮਿਨਿਸਟਰ ਸਪਰਾਂਸਾ ਜੀ ਨੇ ਪਾਬੰਦੀ ਲਾ ਵੀ ਦਿੱਤੀ। ਸਿਹਤ ਮੰਤਰੀ ਜਿਹੜਾ ਇਟਲੀ, ਉਹਨਾਂ ਨੇ ਪਾਬੰਦੀ ਲਾਈ, ਜਿਸ ਦੇ ਨਾਲ ਕਾਫੀ ਹੱਦ ਤੱਕ ਬੰਦ ਕਰ ਦਿੱਤੀਆਂ ਗਈਆਂ। ਸਿਰਫ ਜਿਹੜੀਆਂ 15 ਮਈ ਤੱਕ ਸਾਰਾ ਜਿਹੜਾ ਟਰੈਵਲ ਬੈਨ ਲੱਗ ਗਿਆ ਜੀ। ਸਿਰਫ ਇਟਾਲੀਅਨ ਪਾਸਪੋਰਟ ਹੋਲਡਰ ਹੀ ਵਾਪਸ ਆਉਣਗੇ। 5 ਮਈ ਨੂੰ ਇੱਕ ਫਲਾਈਟ ਹੈ ਦਿੱਲੀ ਤੋਂ ਮਿਲਾਨ ਨੂੰ ਆਉਣੀ ਆ, ਉਹਦੇ ਵਿੱਚ ਜਿਹਨਾਂ ਕੋਲ ਵੀ ਪਾਸਪੋਰਟ ਇਟਾਲੀਅਨ ਹੈਗੇ ਆ ਉਹ ਵਾਪਸ ਆ ਸਕਦੇ ਆ ਜੀ। ਅਤੇ ਉਸ ਤੋਂ ਬਾਅਦ ਅੱਜ ਇਟਲੀ ਦੇ ਵਿੱਚ ਦਿੱਲੀ ਤੋਂ ਰੋਮਾ ਫਲਾਈਟ ਆਉਣੀ ਸੀ, ਜਿਹਦੇ ਵਿੱਚ ਤਕਰੀਬਨ 250 ਬੰਦਾ ਸੀ, ਅਤੇ ਉਸ ਫਲਾਈਟ ਨੂੰ ਕੈਂਸਲ ਕਰ ਦਿੱਤਾ ਗਿਆ ਜੀ। ਰੋਮਾ ਦਾ ਜਿਹੜਾ ਫਿਊਮੀਚੀਨੋ ਦਾ ਏਅਰਪੋਰਟ ਵਾ, ਉਹਦੇ 'ਤੇ ਇਹ ਫਲਾਈਟ ਨਹੀਂ ਉਤਰਨੀ। ਇਸ ਫਲਾਈਟ ਨੂੰ ਸ਼ਾਇਦ ਇਟਲੀ ਦੇ ਕਿਸੇ ਹੋਰ ਏਅਰਪੋਰਟ 'ਤੇ ਲਾਇਆ ਜਾਊਗਾ ਜਾਂ ਯੂਰਪ ਦੀ ਕੰਟਰੀ ਦੇ ਵਿੱਚ ਕਿਸੇ ਪਾਸੇ ਲਾਇਆ ਜਾਊਗਾ। ਫਿਲਹਾਲ ਇਹਦੇ ਉੱਤੇ ਕੋਈ ਅਪਡੇਟ ਨਹੀਂ ਆਇਆ ਜੀ। ਜੋ ਗੱਲ ਪੱਕੀ ਹੈ ਕਿ ਇਹ ਜਿਹੜੀ ਫਲਾਈਟ ਅੱਜ 2 ਵਜੇ ਰੋਮਾ ਆਉਣੀ ਸੀ, ਰੋਮਾ ਨਹੀਂ ਆਉਣੀ। ਇਟਲੀ ਜਾਂ ਯੂਰਪ ਦੀ ਹੋਰ ਕੰਟਰੀ ਦੇ ਵਿੱਚ ਇਹਨੂੰ ਲੈਂਡ ਕਰਾਇਆ ਜਾਊਗਾ ਜੀ। ਉੱਧਰ ਹੀ ਫਰਾਂਸ ਦੇ ਵਿੱਚ ਕਾਫੀ ਤਕਰੀਬਨ 6 ਮਹੀਨੇ ਦੇ ਲੋਕਡਾਊਨਾਂ ਤੋਂ ਬਾਅਦ ਫਰਾਂਸ ਨੇ ਵੀ ਆਪਣਾ ਫੈਸਲਾ ਕੀਤਾ ਕਿ ਆਪਣੇ ਜਿਹੜਾ ਲੋਕਡਾਊਨ ਆ ਉਹ ਘਟਾਉਣ ਰਿਹਾ ਜੀ। ਪੂਰੇ ਫਰਾਂਸ ਨੂੰ ਖੋਲ੍ਹਣ ਦੀ ਗੱਲਬਾਤ ਚੱਲ ਰਹੀ ਹੈ, ਪਰ ਉਹਨੇ ਵੀ ਦੱਸਿਆ ਕਿ ਫਰਾਂਸ ਦੇ ਵਿੱਚ ਵੀ ਨਵੇਂ ਵਾਰੀਅੰਟ ਆਏ ਨੇ। ਤਿੰਨ ਇੰਡੀਆ ਦਾ ਜਿਹੜਾ ਵਾਰੀਅੰਟ ਇੰਡੀਆ ਨੇ ਦੇ 3 ਕੇਸ ਫਰਾਂਸ ਦੇ ਵਿੱਚ ਵੀ ਆਏ ਨੇ। ਕਹਿਣ ਦਾ ਮਤਲਬ ਕਿ ਹੌਲੀ ਹੌਲੀ ਯੂਰਪ ਦੇ ਹਰ ਇੱਕ ਕੰਟਰੀ ਦੇ ਵਿੱਚ ਇਹ ਜਿਹੜੀਆਂ ਇੰਡੀਆ ਦਾ ਜਿਹੜਾ ਵਾਰੀਅੰਟ ਲੱਭਿਆ ਜਾ ਰਿਹਾ, ਜਿਸ ਵਿਸ ਦੇ ਵਿੱਚ ਵੀ ਆਇਆ, ਫਰਾਂਸ ਦੇ ਵਿੱਚ ਵੀ ਆ ਗਿਆ, ਅਤੇ ਇੱਦਾਂ ਹੌਲੀ ਹੌਲੀ ਜੇਕਰ ਹਰ ਇੱਕ ਪਾਸੇ ਆ ਗਿਆ ਤਾਂ ਇਹ ਵੀ ਹੋ ਸਕਦਾ ਕਿ ਫਰਾਂਸ, ਯੂਰਪ ਦੀ ਹਰ ਇੱਕ ਕੰਟਰੀ ਇੰਡੀਆ ਤੋਂ ਆਉਣ ਦੇ ਲਈ ਜਿਹੜੀਆਂ ਫਲਾਈਟਾਂ ਉਹਨਾਂ ਦੇ ਉੱਤੇ ਪਾਬੰਦੀ ਹੋਰ ਸਖਤ ਕਰ ਸਕਦੀ ਹੈ ਜੀ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ, ਅਗਲਾ ਅਪਡੇਟ ਆਪਣਾ ਆ ਰਿਹਾ ਜੀ ਤੋਰੀਨੋ ਤੋਂ। ਤੋਰੀਨੋ ਦੇ ਵਿੱਚ ਇਟਲੀ ਦੇ ਵਿੱਚ ਇੱਕ ਵਾਰ ਫਿਰ ਚੱਕਾ ਜਾਮ ਕੀਤਾ ਗਿਆ ਜੀ। ਚੱਕਾ ਜਾਮ ਕਿੱਥੇ ਕੀਤਾ ਗਿਆ, ਆਪਣਾ ਜਿਹੜਾ ਆਊਟੋ ਸਤਰਾਦੇ ਆ ਇਟਲੀ ਦੇ ਵਿੱਚ, ਆਊਟੋ ਸਤਰਾਦਿਆਂ ਦੇ ਵਿੱਚ ਜਿਹੜੇ ਹਾਈਵੇ ਇਹਨਾਂ ਨੂੰ ਬਲੌਕ ਕੀਤਾ ਗਿਆ। ਇਸ ਵਾਰ ਜਿਹੜਾ ਬਲੌਕ ਕੀਤਾ ਇਹਨਾਂ ਨੇ ਕੀਤਾ ਆਪਣੇ ਜਿਹੜੇ ਲੂਨਾ ਪਾਰਕ ਵਾਲੇ, ਜਿਹੜੇ ਸਰਕਸ ਵਾਲੇ ਲੂਨਾ ਪਾਰਕ ਲਾਉਂਦੇ ਆ, ਪਿਛਲੇ 13 ਮਹੀਨਿਆਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸਾਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਸਾਨੂੰ ਵੀ ਲੂਨਾ ਪਾਰਕ ਲਾਉਣ ਦੀ, ਮਨੋਰੰਜਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਉਹਨਾਂ ਦਾ ਰੁਜ਼ਗਾਰ ਹੀ ਇਹੀ ਆ। ਪਰ ਸਰਕਾਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਸੀਰੀਅਸ ਨਹੀਂ ਲੈ ਰਹੇ, ਅਤੇ ਉਹਨਾਂ ਨੇ ਫਿਰ ਹੁਣ ਕੀ ਕੀਤਾ ਜੀ, 98 ਟਰੱਕ ਆਊਟੋ ਸਰਾਦੇ 'ਤੇ ਲਾ ਕੇ ਚੱਕਾ ਜਾਮ ਕਰ ਦਿੱਤਾ ਜੀ। ਇਹ ਜਿਹੜਾ ਇਹਨਾਂ ਨੇ ਜਿਹੜਾ ਤੰਜੈਂਸੀਆਲੇ ਬੰਦ ਕੀਤਾ ਜੀ, ਤੋਰੀਨੋ ਦਾ ਜਿਹੜਾ ਤੰਜੈਂਸੀਆਲੇ ਇਹਨੂੰ ਬੰਦ ਕਰਤਾ, ਜੋ ਸਾਰੇ ਨੂੰ ਤੋਰੀਨੋ ਨੂੰ ਆਲੇ ਦੁਆਲੇ ਨੂੰ ਜੋੜਦਾ। ਅਤੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਹੀ ਲੋਕਾਂ ਨੂੰ ਅੱਗੇ ਲੰਘਣ ਦੇਵਾਂਗੇ ਜਿਸ ਵੇਲੇ ਸਰਕਾਰ ਸਾਨੂੰ ਵੀ ਕਹੂਗੀ ਕਿ ਤੁਸੀਂ ਵੀ ਆਪਣੀ ਜਿਹੜੀਆਂ ਲੂਨਾ ਪਾਰਕਾਂ ਲਾ ਸਕਦੇ, ਕਿਉਂਕਿ ਬਹੁਤ ਸਾਰੇ ਬੰਦਿਆਂ ਦਾ ਰੁਜ਼ਗਾਰ ਲੂਨਾ ਪਾਰਕ ਉੱਤੇ ਹੀ ਚੱਲ ਰਿਹਾ ਜੀ। ਅਤੇ ਇੱਕ ਹੋਰ ਜੋ ਅਪਡੇਟ ਆਪਣਾ ਅਗਲਾ ਉਹ ਵੀ ਇੰਡੀਆ ਤੋਂ ਹੀ ਆ ਰਿਹਾ ਜੀ। ਇੰਡੀਆ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 3,86,452 ਨਵਾਂ ਕੇਸ ਦਰਜ ਹੋਇਆ। ਲਾਸਟਲੇ 24 ਘੰਟਿਆਂ ਦੇ ਵਿੱਚ ਇੱਕ ਵਾਰ ਫਿਰ ਰਿਕਾਰਡ ਬਣਿਆ ਜੀ। ਹਰ ਰੋਜ਼ ਨਵਾਂ ਰਿਕਾਰਡ ਬਣ ਰਿਹਾ ਜੀ। ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਅਤੇ ਮਰਨ ਵਾਲਿਆਂ ਦੀ ਗਿਣਤੀ ਜੋ ਕੋਵਿਡ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਜੀ 3,498 ਦੱਸੀ ਜਾ ਰਹੀ ਹੈ। ਬਹੁਤ ਸਾਰੇ ਐਕਸਪਰਟ ਮੀਡੀਆ ਦੇ ਹਿਸਾਬ ਦੇ ਨਾਲ ਜੋ ਗਿਣਤੀ ਮਰਨ ਵਾਲਿਆਂ ਦੀ ਦਿਖਾਈ ਜਾ ਰਹੀ ਹੈ, ਇਹ ਬਹੁਤ ਘੱਟ ਹੋ, ਅਸਲ ਮਾਇਨਿਆਂ ਦੇ ਵਿੱਚ 4-5 ਗੁਣਾ ਜ਼ਿਆਦਾ ਇਸ ਤੋਂ ਹੋ ਸਕਦੀ ਹੈ ਜੀ। ਅਤੇ ਉੱਧਰ ਹੀ ਲੋਂਬਰਦੀਆ ਦੇ ਵਿੱਚ ਇੱਕ ਵਾਰ ਫਿਰ ਰਿਕਾਰਡ ਬਣਾਇਆ ਗਿਆ ਜੀ। ਲੋਂਬਰਦੀਆ ਦੇ ਵਿੱਚ 1,15,000 ਬੰਦਿਆਂ ਨੂੰ ਜਿਹੜਾ ਵੈਕਸੀਨ ਦਾ ਡੋਜ਼ ਲਾਇਆ ਗਿਆ ਜੀ। ਅਤੇ ਵੈਕਸੀਨ ਤੋਂ ਹੀ ਜੇਕਰ ਗੱਲ ਕਰੀਏ ਤਾਂ ਆਪਣੇ ਦਿੱਲੀ ਤੋਂ ਆਪਣੇ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਬਿਆਨ ਆਇਆ। ਉਹ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਵੈਕਸੀਨ ਆ ਉਹ ਬਹੁਤ ਘੱਟ ਗਈ ਹੈ। ਕੱਲ੍ਹ ਨੂੰ ਜਿਨ੍ਹਾਂ ਵੀ ਬੰਦਿਆਂ ਨੇ ਵੈਕਸੀਨ ਲਵਾਉਣੀ ਹੈ ਉਹ ਲਾਈਨਾਂ ਨਾ ਲਾਉਣ, ਕਿਉਂਕਿ ਵੈਕਸੀਨ ਦੇ ਡੋਜ਼ ਜਿਹੜੇ ਆ ਮੁੱਕ ਗਏ ਨੇ ਜੀ।
ਸ਼ਾਮ ਨੂੰ ਪਤਾ ਲੱਗ ਜਾਣਾ ਜੀ ਕਿਹੜੀ ਜਿਹੜੀ ਕੰਟਰੀ ਹੈ, ਜਿਹੜੀ ਸਟੇਟ ਕਿਹੜੀ ਆ ਰੈੱਡ ਜ਼ੋਨ, ਪੀਲੇ ਜ਼ੋਨ, ਸੰਤਰੀ ਜ਼ੋਨ ਦੇ ਵਿੱਚ ਗਈ ਹੈ। ਅਤੇ ਪਰ ਸਰਦੇਨੀਆ ਦੀ ਗੱਲਬਾਤ ਹੁਣ ਸਾਹਮਣੇ ਆਈ ਜੀ ਕਿ ਸਰਦੇਨੀਆ ਸੰਤਰੀ ਜ਼ੋਨ ਦੇ ਵਿੱਚ ਜਾ ਸਕਦਾ, ਪਰ ਸਰਦੇਨੀਆ ਦੇ ਵਿੱਚ ਇਸ ਟਾਈਮ ਪੀਲਾ ਜ਼ੋਨ ਹੋਣ ਵਾਲਾ ਨੰਬਰ ਆ ਰਿਹਾ ਜੀ। RT ਲੈਵਲ ਦੇ ਹਿਸਾਬ ਨਾਲ ਦੇਖੀਏ ਜੋ ਕਿ ਤਕਰੀਬਨ 0.81 ਹੈ, ਉਹ ਪੀਲਾ ਹੋ ਸਕਦਾ, ਪਰ ਇਹਨੂੰ ਸੰਤਰੀ ਹੀ ਕੀਤਾ ਗਿਆ ਇਸ ਟਾਈਮ। ਬਾਕੀ ਸ਼ਾਮ ਨੂੰ ਸਰਕਾਰ ਨੇ ਜਿੱਦਾਂ ਹੀ ਸਾਈਨ ਕਰਨੇ ਆ, ਅਸੀਂ ਆਪਣੀ ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ ਜੀ। ਹੁਣ ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ। ਇਟਲੀ ਦੇ ਵਿੱਚ ਨਵੇਂ ਕਾਨੂੰਨਾਂ ਦੇ ਹਿਸਾਬ ਦੇ ਨਾਲ ਜਿਹੜੇ ਦੁਕਾਨਾਂ ਨੇ, ਮਾਰਕੀਟਾਂ ਨੇ, ਸਾਰੀਆਂ ਖੁੱਲ੍ਹ ਸਕਦੀਆਂ ਨੇ। ਦੁਕਾਨਾਂ ਦੇ ਵਿੱਚ ਐਂਟਰੀ ਚਾਹੇ ਉਹ ਬਾਰ ਹੋਵੇ, ਚਾਹੇ ਰੈਸਟੋਰੈਂਟ ਹੋਵੇ, ਸਿਰਫ ਅਤੇ ਸਿਰਫ ਜੇਕਰ ਕਿਸੇ ਨੇ ਬਾਨੀਓ ਜਾਣਾ ਹੋਵੇ, ਵਾਸ਼ਰੂਮ ਜਾਣਾ ਹੋਵੇ, ਉਹਦੇ ਲਈ ਜਾ ਸਕਦੇ। ਜਿਹੜੇ ਆ ਰਿਹਾ ਜਾਲੇ ਆ ਪੀਲੇ ਜ਼ੋਨਾਂ ਦੇ ਵਿੱਚ, ਇਹ ਸਾਰੇ ਖੁੱਲ੍ਹੇ ਆ। ਰੈਸਟੋਰੈਂਟ ਬਾਰ ਖੁੱਲ੍ਹੇ ਨੇ, ਦੁਕਾਨਾਂ ਜਿਹੜੀਆਂ ਖੁੱਲ੍ਹੀਆਂ ਨੇ। ਰੈਸਟੋਰੈਂਟ ਬਾਰਾਂ ਦੇ ਵਿੱਚ ਸਿਰਫ ਵਾਸ਼ਰੂਮ ਜਾਣ ਦੇ ਲਈ ਜਾਂ ਫਿਰ ਪੈਸੇ ਦੇਣ ਲਈ, ਜੇਕਰ ਬਾਹਰ ਉਹਨਾਂ ਦੇ ਕੋਲ ਪੋਸ ਦਾ ਸਿਸਟਮ ਨਹੀਂ ਹੁੰਦਾ। ਅਤੇ ਉਸ ਤੋਂ ਬਾਅਦ ਜਿੰਨੇ ਵੀ ਧਾਰਮਿਕ ਸਥਾਨ ਨੇ, ਮੰਦਰ ਹੋਣ, ਮਸਜਿਦਾਂ ਹੋਵੇ, ਗੁਰਦੁਆਰੇ ਸਾਹਿਬ ਹੋਣ, ਇਹ ਸਾਰੀਆਂ ਦੇ ਸਾਰੀਆਂ ਚਰਚ ਸਾਰੇ ਖੁੱਲ੍ਹ ਸਕਦੇ ਆ ਜੀ ਪੀਲੇ ਜ਼ੋਨ ਦੇ ਵਿੱਚ। ਅਤੇ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਫੈਸਤੇ ਨਹੀਂ ਕਰ ਸਕਦੇ, ਜਿੱਦਾਂ ਸੰਗਤ ਕੀਤੀ ਜਾ ਸਕਦੀ ਹੈ, ਮੱਥਾ ਟੇਕਣ ਜਾ ਸਕਦੇ ਆ, ਉੱਥੇ ਬੈਠ ਸਕਦੇ ਆ, ਪਰ 1 ਮੀਟਰ ਦੀ ਜਿਹੜੀ ਦੂਰੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡਾ ਅਪਡੇਟ ਹੈ ਜੀ, ਜੇਕਰ ਕੋਈ ਵੀ ਬੰਦਾ ਵਿਆਹ ਕਰਵਾਉਣਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਤਾਂ ਉਹ ਵਿਆਹ ਕਰਵਾ ਸਕਦਾ। ਇਟਲੀ ਦੇ ਵਿੱਚ ਵਿਆਹ ਕਰਨ ਦੀ ਹੁਣ ਇਜਾਜ਼ਤ ਹੈਗੀ ਆ। ਜੇਕਰ ਕਿਸੇ ਨੇ ਵੀ ਵਿਆਹ ਕਰਾਉਣਾ ਤਾਂ ਹੁਣ ਉਹ ਵਿਆਹ ਕਰਵਾ ਸਕਦਾ, ਗੁਰਦੁਆਰਾ ਸਾਹਿਬ ਜਾ ਕੇ, ਮੰਦਰ ਮਸਜਿਦ ਦੇ ਵਿੱਚ ਜਾ ਕੇ ਵਿਆਹ ਕਰਵਾ ਸਕਦਾ। ਪਰ ਮਨਾਹੀ ਕਿਸ ਗੱਲ ਦੀ ਹੈ? ਮਨਾਹੀ ਹੈ ਜੀ ਕਿ ਤੁਸੀਂ ਵਿਆਹ ਦੀ ਪਾਰਟੀ ਨਹੀਂ ਕਰ ਸਕਦੇ, ਨਾ ਹੀ ਡਿਨਰ ਲੰਚ ਕਰ ਸਕਦੇ ਹੋ। ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਫੈਸਤਾ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੁਸੀਂ ਲੰਚ ਡਿਨਰ ਨਹੀਂ ਕਰ ਸਕਦੇ। ਹਾਂਜੀ, ਜੇਕਰ ਕਿਸੇ ਨੇ ਫੈਸਤਾ ਮਨਾਉਣਾ ਤਾਂ ਉਹਨੂੰ ਹੋਰ ਤਰੀਕੇ ਦੇ ਨਾਲ ਮਨਾਇਆ ਜਾ ਸਕਦਾ। ਕਿਸੇ ਬਾਰ ਜਾਂ ਫਿਰ ਰੈਸਟੋਰੈਂਟ 'ਤੇ 4 ਬੰਦਿਆਂ ਨੂੰ ਬਿਠਾਲ ਕੇ ਤੁਸੀਂ ਖਿਲਾ ਸਕਦੇ ਆ, ਪਰ ਉਹ ਆਫੀਸ਼ੀਅਲੀ ਤੌਰ 'ਤੇ ਨਹੀਂ ਹੋਣਾ ਚਾਹੀਦਾ। ਗੁਪਤ ਤਰੀਕੇ ਦੇ ਨਾਲ ਕੀਤੀ ਗਈ ਪਾਰਟੀ ਹੋਣੀ ਚਾਹੀਦੀ ਹੈ ਜੀ। ਲਾਸਟਲੀ ਅਪਡੇਟ ਵੱਲ ਚੱਲਦੇ ਹਾਂ ਜੀ। ਇਟਲੀ ਦੇ ਵਿੱਚ ਰੰਗ ਖੇਸ ਹਿਸਾਬ ਦੇ ਨਾਲ ਹੋ ਸਕਦੇ ਅੱਜ ਸ਼ਾਮ ਤੱਕ। ਸ਼ਾਮ ਦੀ ਦੇਖੀਏ ਤਾਂ ਸ਼ਾਮ ਦੇ ਵਿੱਚ ਸਿਰਫ ਇੱਕ ਹੀ ਜ਼ੋਨ ਆ ਜਿਹੜਾ ਰੈੱਡ, ਇੱਕ ਹੀ ਸਟੇਟ ਆ ਜਿਹੜੀ ਰੈੱਡ ਜ਼ੋਨ ਦੇ ਵਿੱਚ ਹੋ ਸਕਦੀ, ਉਹ ਆ ਜੀ ਵਾਲੇ ਦੋਸਤਾ ਇਸ ਟਾਈਮ ਸੰਤਰੀ ਜ਼ੋਨ ਦੇ ਵਿੱਚ ਆ, ਜੋ ਕਿ ਰੈੱਡ ਜ਼ੋਨ ਹੋ ਸਕਦੀ ਹੈ। ਉੱਧਰ ਹੀ ਜੇਕਰ ਅਸੀਂ ਸੰਤਰੀ ਜ਼ੋਨ ਦੀ ਗੱਲ ਕਰੀ ਤਾਂ ਸੰਤਰੀ ਜ਼ੋਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਸਰਦੇਨੀਆ ਜੋ ਰੈੱਡ ਜ਼ੋਨ ਦੇ ਵਿੱਚ ਹੈ, ਇਹ ਰੈੱਡ ਤੋਂ ਸੰਤਰੀ ਜ਼ੋਨ ਦੇ ਵਿੱਚ ਹੋ ਸਕਦੀ। ਉਸ ਤੋਂ ਬਾਅਦ ਬasilicata, ਕਲਾਬਰੀਆ ਅਤੇ ਸਿਚੀਲੀਆ ਵੀ ਸੰਤਰੀ ਜ਼ੋਨ ਦੇ ਵਿੱਚ ਜਾ ਸਕਦੀਆਂ ਨੇ। ਕੰਪਾਨੀਆਂ ਅੱਜ ਜੇ ਦੇਖੀਏ ਹੁਣ ਇਸ ਵੇਲੇ ਪੀਲਾ ਆ, ਪਰ ਇਹ ਵੀ ਜਿਸ ਹਿਸਾਬ ਦੇ ਨਾਲ ਇਹਦੇ ਹਿਸਾਬ ਦੇ ਵਿੱਚ ਗਿਣਤੀ ਆ ਰਹੀ ਹੈ, ਜਿਸ ਹਿਸਾਬ ਨਾਲ ਨਵੇਂ ਕੇਸਾਂ ਦੀ ਗਿਣਤੀ ਆ ਰਹੀ ਹੈ, ਕੰਪਾਨੀਆਂ ਵੀ ਸੰਤਰੀ ਜਾ ਸਕਦਾ। ਅਤੇ ਜੇ ਅਸੀਂ ਦੇਖੀਏ ਤਾਂ ਸੰਤਰੀ ਜ਼ੋਨ ਦੇ ਵਿੱਚ ਅੱਜ ਸ਼ਾਮ ਨੂੰ ਸਰਦੇਨੀਆ, ਬasilicata, ਕਲਾਬਰੀਆ, ਸਿਚੀਲੀਆ ਅਤੇ ਕੰਪਾਨੀਆਂ ਹੋ ਸਕਦੇ ਨੇ। ਉੱਧਰ ਹੀ ਜੇਕਰ ਅਸੀਂ ਪੀਲੀਆਂ ਦੀ ਗੱਲ ਕਰੀਏ ਤਾਂ ਬਾਕੀ ਸਾਰੀਆਂ ਜਿਹੜੀਆਂ ਸਟੇਟਾਂ ਪੀਲੀਆਂ ਹੋਣਗੀਆਂ। ਅਬਰੂਜ਼ੋ, ਕੰਪਾਨੀਆ, ਐਮੀਲੀਆ ਰੋਮਾਨੀਆ, ਫ੍ਰੀਲੀ ਵੈਨੇਜ਼ੀਆ ਜੂਲੀਆ, ਲਾਜ਼ੀਓ, ਲਿਗੂਰੀਆ, ਲੋਮਬਰਦੀਆ, ਮਾਰਕੇ, ਮੋਲੀਜ਼ੇ, ਪੀਏਮੋਂਤੇ, ਤੋਸਕਾਨਾ, ਉਮਬਰੀਆ, ਵੇਨੇਤੋ। ਇਸ ਤੋਂ ਬਾਅਦ ਜਿਹੜੇ ਆਪਣੇ ਪ੍ਰੋਵਿੰਚੀਆ ਆਟੋਨੋਮੀ ਆ ਜੀ, ਆਜ਼ਾਦ, ਬੁਲਸਾਨੋ ਅਤੇ ਤਰੇਂਤੋ, ਇਹ ਵੀ ਪੀਲੇ ਹੀ ਰਹਿਣਗੇ। ਮਿਲਾਂਗੇ ਜੀ ਅੱਜ ਸ਼ਾਮ ਦੀਆਂ ਖਬਰਾਂ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਤੁਸੀਂ ਸੁਣ ਰਹੇ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।